ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਮਏ ਪ੍ਰੀਵੀਅਸ ਪੰਜਾਬੀ ਵਾਲੇ ਸਟੂਡੈਂਟਸ, ਬੇਟਾ ਅਸੀਂ ਆਪਣਾ ਜੋ ਹੈ YouTube ਤੇ ਵਿਹਾਰਕ ਆਲੋਚਨਾ ਵਾਲਾ ਟੌਪਿਕ ਕਰ ਰਹੇ ਸੀਗੇ। ਇਹਦੇ ਤੋਂ ਪਹਿਲੀ ਜਿਹੜੀ ਤੁਸੀਂ ਵੀਡੀਓ ਦੇਖੀ ਉਹਦੇ ਵਿੱਚ ਸੀਗਾ ਕਿ ਵਿਹਾਰਕ ਆਲੋਚਨਾ ਜੋ ਹੈ ਕੀ ਹੁੰਦੀ ਹੈ ਵਿਹਾਰਕ ਆਲੋਚਨਾ। ਤੇ ਹੁਣ ਜਿਹੜੀ ਤੁਹਾਡੇ ਸਾਹਮਣੇ ਮੈਂ ਕਵਿਤਾ ਲਿਖੀ ਹੋਈ ਹੈ, ਇਸ ਕਵਿਤਾ ਦੀ ਅਸੀਂ ਵਿਹਾਰਕ ਆਲੋਚਨਾ ਕਰਕੇ ਵੇਖਾਂਗੇ। ਤੇ ਤੁਸੀਂ ਜੋ ਹੈ ਮੇਰੇ ਨਾਲ ਦੇਖੋ ਬੇਟਾ ਕਿਹੜੀ ਕਵਿਤਾ ਹੈ। ਇਹ ਜ਼ਰੂਰੀ ਨਹੀਂ ਬੇਟਾ ਕਿ ਉੱਥੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਕਿਸ ਪੋਇਟ ਦੀ ਕਵਿਤਾ ਹੈ ਜਾਂ ਕਿਹੜੀ ਕਵਿਤਾ ਹੈ। ਇਹ ਨਹੀਂ, ਇਹ ਬਿਲਕੁਲ ਵੀ 100% ਨਹੀਂ ਹੈ ਕਿ ਤੁਹਾਨੂੰ ਪਤਾ ਲੱਗ ਜਾਏ। ਪਰ ਫਿਰ ਵੀ ਕੁਛ ਇੱਕ ਬੱਚੇ ਹੁੰਦੇ ਨੇ ਜਿਹੜੇ ਜ਼ਿਆਦਾ ਮਤਲਬ ਕਿ ਪੜ੍ਹਦੇ ਨੇ, ਬਹੁਤ ਉਹਨਾਂ ਨੇ ਬੁੱਕਸ ਪੜ੍ਹੀਆਂ ਹੁੰਦੀਆਂ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਪੋਇਟਰੀ ਹੈ ਅਤੇ ਕਿਹੜੇ ਪੋਇਟ ਦੀ ਪੋਇਟਰੀ ਹੈ। ਦੇਖੋ ਬੇਟਾ ਇੱਥੇ ਜਿਹੜੀ ਪੋਇਮ ਲਿਖੀ ਹੋਈ ਹੈ ਉਹ ਕਿਹੜੀ ਪੋਇਮ ਹੈ। 1 ਮਿੰਟ ਖਾਮੋਸ਼ੀ ਇਹਦਾ ਨਾਮ ਹੈ। ਹਰਦਮ ਸਾਹ ਊਣੇ ਹੁੰਦੇ ਨੇ, ਇੱਕ ਦਿਨ ਅੱਧ ਵਿਹੂਣੇ ਹੋ ਕੇ ਤੁਰ ਜਾਂਦੇ ਨੇ। ਕਦੀ ਮਿੱਟੀ ਦੀ ਮੂਰਤ ਵਾਂਗੂ ਭੁਰ ਜਾਂਦੇ ਨੇ, ਰਾਹੀ ਤੁਰ ਜਾਂਦੇ ਨੇ। ਸਾਥੀ ਫਰਜ਼ ਨਿਭਾ ਦਿੰਦੇ ਨੇ, ਪਤਨੀ ਹਾਹਾਕਾਰ, ਅਪਤਨੀ ਸਿਸਕੀ, ਯਾਰ ਸਿਰਫ ਕੱਚ ਖੜਕਾਉਂਦੇ ਨੇ। ਆਪਣੇ ਸਾਹਮਣੇ ਖਾਲੀ ਜਾਮ ਟਿਕਾ ਕੇ ਸ਼ਾਇਦ ਕੋਈ ਆਖੇ, ਦੁਨੀਆ ਭਰ ਵਿੱਚ ਸਭ ਤੋਂ ਕੂੜਾ ਹੈ ਖਾਲੀ ਪਿਆਲਾ। ਆਪਣੀ ਮਰਜ਼ੀ ਕੋਈ ਨਾ ਪੀਵੇ ਤੇ ਦਫ਼ਤਰ ਦੇ ਹਮਜੋਲੀ 1 ਮਿੰਟ ਖਾਮੋਸ਼ੀ ਵਾਲਾ ਨੇਮ ਪਾਲਦੇ। ਸਾਡਾ ਸਾਥੀ ਚਲਾ ਗਿਆ ਛਾਂਟੀ ਤੋਂ ਪਹਿਲਾਂ ਮੌਤ ਕੁਵੇਲੇ, ਉਸ ਦੀ ਖਾਤਰ ਸਾਡੀ ਖਾਤਰ ਆਓ 1 ਮਿੰਟ ਲਈ ਸੋਗ ਮਨਾਈਏ, ਚੁੱਪ ਕਰ ਜਾਈਏ। ਇੱਥੇ ਬੇਟਾ ਉੱਪਰ ਸਾਥੀ ਹੈ, ਜਿੱਥੇ ਖੱਖੇ ਦੇ ਉੱਪਰ ਡੰਡੀ ਨਹੀਂ ਲੱਗੀ ਹੋਈ, ਇੱਥੇ ਸਾਥੀ ਹੈ ਇੱਥੇ ਵਰਡ। ਦੇਖੋ ਬੇਟਾ ਇਹ ਪੋਇਮ ਹੈ, ਮਤਲਬ ਕਿ ਅਸੀਂ ਜਦੋਂ ਇਹਦੀ ਵਿਹਾਰਕ ਆਲੋਚਨਾ ਕਰਾਂਗੇ ਤੇ ਫਿਰ ਕਿਵੇਂ ਕਰਾਂਗੇ। 1-2 ਗੱਲਾਂ ਅਸੀਂ ਫਿਰ ਦੁਬਾਰੇ ਵਿਹਾਰਕ ਆਲੋਚਨਾ ਬਾਰੇ ਕਰਕੇ ਅਗਲੇ ਪੇਜ 'ਤੇ ਅਸੀਂ ਇਹਦੀ ਆਲੋਚਨਾ ਕਰਾਂਗੇ। ਦੇਖੀਏ ਬੇਟਾ ਵਿਹਾਰਕ ਆਲੋਚਨਾ ਬਾਰੇ ਗੱਲ ਕਰਦੇ ਫਿਰ ਅਸੀਂ ਇੱਕ ਵਾਰੀ ਵੇਖ ਲਈਏ ਕਿ ਬੇਟਾ ਦੇਖੋ ਸ਼ਬਦ ਦਾ ਆਪਣਾ ਕੋਈ ਫ੍ਰੀ ਅਰਥ ਨਹੀਂ ਹੁੰਦਾ। ਕੋਈ ਵੀ ਸ਼ਬਦ ਹੁੰਦਾ ਉਹਦਾ ਆਪਣਾ ਕੋਈ ਫ੍ਰੀ ਅਰਥ ਨਹੀਂ ਹੁੰਦਾ। ਅਰਥ ਉਹਦੇ ਵਾਕ ਵਿੱਚ ਹੁੰਦਾ, ਉਹਦੀ ਭਾਸ਼ਾ ਵਿੱਚ ਹੁੰਦਾ ਅਰਥ। ਅਤੇ ਸ਼ਬਦ ਦੀਆਂ ਸ਼ਕਤੀਆਂ ਹੁੰਦੀਆਂ ਨੇ ਬੇਟਾ, ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਧੁਨੀ ਸਿਧਾਂਤ ਵਾਲਾ ਕੁਐਸਚਨ ਕੀਤਾ ਹੈ, ਉਹਦੇ 'ਚ ਤੁਹਾਨੂੰ ਦੱਸਿਆ ਸੀ ਕਿ ਅਭਿਦਾ, ਲਕਸ਼ਣਾ ਅਤੇ ਵਿਅੰਜਨਾ 3 ਸ਼ਕਤੀਆਂ ਹੁੰਦੀਆਂ ਨੇ ਸ਼ਬਦ ਦੀਆਂ। ਅਤੇ ਸ਼ਬਦ ਦੀ ਜਿਹੜੀ ਮੁੱਖ ਸ਼ਕਤੀ ਹੈ ਨਾ ਉਹ ਵਿਅੰਜਨਾ ਸ਼ਕਤੀ 'ਚ ਪ੍ਰਾਪਤ ਹੁੰਦੀ ਹੈ। ਹੁਣੇ ਤੁਹਾਨੂੰ ਮੈਂ ਦਿਖਾ ਵੀ ਦਊਂਗੀ ਕਿ ਕੀ ਹੁੰਦੀਆਂ ਨੇ ਅਭਿਦਾ, ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ। ਇੱਕ ਵਾਰੀ ਤੁਹਾਨੂੰ ਰਿਵਾਈਜ਼ ਵੀ ਹੋ ਜਾਏਗੀ ਧੁਨੀ ਸਿਧਾਂਤ ਵਾਲੀ ਗੱਲ। ਹਰ ਸ਼ਬਦ ਨੂੰ ਦੁਬਾਰਾ ਪੜ੍ਹਨ ਦੀ ਲੋੜ ਹੁੰਦੀ ਹੈ, ਮਤਲਬ ਕਿ ਜੋ ਵੀ ਜਿਵੇਂ ਪੋਇਮ ਵਿੱਚ ਜੋ ਵੀ ਕੁਛ ਹੈ ਨਾ, ਜਿਹੜੇ ਵੀ ਸ਼ਬਦ ਨੇ ਉਹਨਾਂ ਨੂੰ ਦੁਬਾਰੇ ਪੜ੍ਹੋ। ਅਤੇ ਵਿਹਾਰਕ ਆਲੋਚਨਾ ਲਈ ਪੋਇਮ ਨੂੰ ਤੁਸੀਂ 3-4 ਵਾਰ ਜੋ ਹੈ ਉਹ ਜ਼ਰੂਰ ਪੜ੍ਹਨਾ ਹੈ। ਅੱਗੇ ਤੁਰਨ ਤੋਂ ਪਹਿਲਾਂ ਸਟੂਡੈਂਟਸ ਤੁਹਾਨੂੰ ਦਿਖਾ ਦਿਆਂ ਅਭਿਦਾ ਸ਼ਕਤੀ ਕੀ ਹੁੰਦੀ ਹੈ। ਤੁਸੀਂ ਧੁਨੀ ਸਿਧਾਂਤ ਵਾਲੇ ਕੁਐਸਚਨ ਵਿੱਚ ਇਹਨੂੰ ਕੀਤਾ ਹੈ। ਅਭਿਦਾ ਸ਼ਬਦ ਦੀ ਪ੍ਰਾਚੀਨ, ਮੁੱਖ ਜਾਂ ਜਠੇਰੀ ਸ਼ਕਤੀ ਹੈ, ਪਹਿਲੀ ਸ਼ਕਤੀ ਹੈ ਇਹ। ਅਤੇ ਰੋਜ਼ਾਨਾ ਬੋਲਚਾਲ ਵਾਲੀ ਭਾਸ਼ਾ ਵਿੱਚ ਅਸੀਂ ਅਭਿਦਾ ਸ਼ਕਤੀ ਦੀ ਹੀ ਵਰਤੋਂ ਕਰਦੇ ਹਾਂ, ਮਤਲਬ ਕਿ ਇਹ ਬਿਲਕੁਲ ਸਿੰਪਲ ਲੈਂਗੁਏਜ ਹੁੰਦੀ ਹੈ ਜਿਹਨੂੰ ਅਸੀਂ ਰੋਜ਼ਾਨਾ ਆਪਣੇ ਸ਼ਬਦਾਂ ਵਿੱਚ ਯੂਜ਼ ਕਰਦੇ ਹਾਂ। ਮਤਲਬ ਕਿ ਸਾਡੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਉਹ ਅਭਿਦਾ ਹੁੰਦੀ ਹੈ। ਅਤੇ ਲਕਸ਼ਣਾ ਸ਼ਕਤੀ ਦੇਖੋ ਕੀ ਹੁੰਦੀ ਹੈ। ਲਕਸ਼ਣਾ ਜੋ ਹੈ ਸੰਸਕ੍ਰਿਤ ਦਾ ਸ਼ਬਦ ਹੈ, ਪੰਜਾਬੀ ਭਾਸ਼ਾ ਵਿੱਚ ਇਸ ਦਾ ਤਦਭਵ ਰੂਪ ਲੱਖਣ ਹੈ। ਇਸ ਦਾ ਅਰਥ ਹੁੰਦਾ ਹੈ ਅੰਦਾਜ਼ਾ ਲਾਉਣਾ, ਕਿਸੇ ਗੱਲ ਦਾ ਅੰਦਾਜ਼ਾ ਲਾਉਣਾ। ਅਤੇ ਐਸੇ ਤੋਂ ਹੀ ਲੱਖਣ ਲਾਉਣਾ ਜਾਂ ਲੱਖਣ ਲਾਉਣਾ ਜਿਹੜਾ ਹੈ ਉਹ ਮੁਹਾਵਰਾ ਬਣਿਆ ਹੈ। ਹੁਣ ਦੇਖਦੇ ਹਾਂ ਵਿਅੰਜਨਾ ਸ਼ਕਤੀ। ਵਿਅੰਜਨਾ ਸ਼ਬਦ ਵੀ ਜਮਾ ਅੰਜਨ ਜਮਾ ਆ ਤੋਂ ਬਣਿਆ ਹੈ। ਵੀ ਦਾ ਅਰਥ ਹੈ ਵਿਸ਼ੇਸ਼ ਅਤੇ ਅੰਜਨ ਦਾ ਅਰਥ ਹੈ ਸੁਰਮਾ। ਯੋਂ ਵਿਅੰਜਨ ਦਾ ਅਰਥ ਹੈ ਵਿਸ਼ੇਸ਼ ਕਿਸਮ ਦਾ ਸੁਰਮਾ ਪਾਉਣਾ। ਜਿਵੇਂ ਅੱਖ ਨੂੰ ਸਜਾਉਣ ਦੇ ਲਈ ਵਿਸ਼ੇਸ਼ ਕਿਸਮ ਦਾ ਸੁਰਮਾ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਸਾਹਿਤਕਾਰ ਆਪਣੇ ਵਿਸ਼ੇਸ਼ ਭਾਵਾਂ ਦੀ ਪੇਸ਼ਕਾਰੀ ਲਈ ਸ਼ਬਦਾਂ ਵਿੱਚ ਵਿਸ਼ੇਸ਼ ਕਿਸਮ ਦੇ ਅਰਥ ਭਰ ਦਿੰਦਾ ਹੈ। ਉਹਨੂੰ ਜੋ ਹੈ ਆਚਾਰਿਆ ਵਿਸ਼ਵਨਾਥ ਵਿਅੰਜਨਾ ਸ਼ਕਤੀ ਆਖਦਾ ਹੈ। ਹੁਣ ਤੁਸੀਂ ਦੇਖੋਗੇ ਕਿ ਪੋਇਮ ਵਿੱਚ ਬਹੁਤ ਵਧੀਆ ਜੋ ਹੈ ਕਵੀ ਨੇ ਸ਼ਬਦ ਭਰੇ ਨੇ, ਅਤੇ ਉਹ ਵਿਅੰਜਨਾ ਸ਼ਕਤੀ ਹੀ ਉਹ ਪੋਇਟ ਦੀ ਜੋ ਹੈ ਉੱਥੇ ਵਿਅੰਜਨਾ ਸ਼ਕਤੀ ਹੀ ਕੰਮ ਕਰਦੀ ਹੈ। ਦੇਖੋ ਬੇਟਾ ਜਿਹੜੀ ਹੁਣੇ ਤੁਹਾਨੂੰ ਪੋਇਮ ਇਹਦੇ ਤੋਂ ਪਹਿਲਾਂ ਪੜ੍ਹ ਕੇ ਸੁਣਾਈ ਸੀ ਮੈਂ, ਉਹਦੇ ਵਿੱਚ ਜੋ ਹੈ ਉਸ ਕਵਿਤਾ ਵਿੱਚ ਜੋ ਹੈ ਗੱਲ ਜੀਵਨ ਤੋਂ ਸ਼ੁਰੂ ਹੁੰਦੀ ਹੈ ਅਤੇ ਜੀਵਨ 'ਤੇ ਹੀ ਖਤਮ ਹੋ ਜਾਂਦੀ ਹੈ। ਇੱਕ ਵਾਰੀ ਉਹਦੀ ਲਾਈਨ ਮੈਂ ਤੁਹਾਨੂੰ ਦੁਬਾਰੇ ਪੜ੍ਹ ਕੇ ਸੁਣਾ ਦਿਆਂ। ਕੀ ਸੀਗੀ ਉਹਦੀ ਲਾਈਨ।
ਹਰਦਮ ਸਾਹ ਊਣੇ ਹੁੰਦੇ ਨੇ, ਇੱਕ ਦਿਨ ਅੱਧ ਵਿਹੂਣੇ ਹੋ ਕੇ ਤੁਰ ਜਾਂਦੇ ਨੇ। ਕਦੀ ਮਿੱਟੀ ਦੀ ਮੂਰਤ ਵਾਂਗੂ ਭੁਰ ਜਾਂਦੇ ਨੇ, ਰਾਹ ਹੀ ਤੁਰ ਜਾਂਦੇ ਨੇ। ਠੀਕ ਹੈ ਨਾ, ਕਿਵੇਂ ਗੱਲ ਸ਼ੁਰੂ ਹੋ ਰਹੀ ਸੀ ਉਹਦੀ, ਜੀਵਨ ਤੋਂ ਸ਼ੁਰੂ ਹੁੰਦੀ ਹੈ ਅਤੇ ਜੀਵਨ 'ਤੇ ਹੀ ਗੱਲ ਖਤਮ ਹੋ ਜਾਂਦੀ ਹੈ। ਜੀਵਨ ਦੇ ਖਤਮ ਹੋਣ ਤੋਂ ਬਾਅਦ ਦੀ ਪ੍ਰਤੀਕਿਰਿਆ 'ਤੇ ਪਹੁੰਚਦੀ ਹੈ। ਉਹਦੇ ਤੋਂ ਬਾਅਦ ਜਦੋਂ ਜੀਵਨ ਖਤਮ ਹੋ ਜਾਂਦਾ ਹੈ ਸਾਡਾ, ਉਹਦੇ ਤੋਂ ਬਾਅਦ ਸਮਾਜ ਜੋ ਹੈ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ, ਸਾਡੇ ਰਿਸ਼ਤੇਦਾਰ, ਸਾਡੇ ਦੋਸਤ ਮਿੱਤਰ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਨੇ, ਉਹ ਵੀ ਜੋ ਹੈ ਇਸ ਪੋਇਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਜੀਵਨ ਜਾਂਚ ਪੇਸ਼ ਕੀਤੀ ਹੈ ਅਤੇ ਆਧੁਨਿਕ ਗਿਆਨ ਵਿਗਿਆਨ ਦੀ ਵੀ ਜੋ ਹੈ ਇਸ ਪੋਇਮ ਵਿੱਚ ਗੱਲ ਕੀਤੀ ਗਈ ਹੈ। ਜੀਵਨ ਜਾਂਚ ਪੇਸ਼ ਕੀਤੀ ਹੈ, ਕਿਵੇਂ ਦਾ ਨਜ਼ਰੀਆ ਹੁੰਦਾ ਸਾਡਾ ਜੀਵਨ ਨੂੰ ਵੇਖਣ ਦਾ। ਠੀਕ ਹੈ ਨਾ, ਅਤੇ ਆਧੁਨਿਕ ਮੋਡਰਨ ਗੱਲ ਕੀਤੀ ਹੈ ਕਿ ਅੱਜ ਦੇ ਸਮੇਂ 'ਚ ਜੋ ਹੈ ਕਿੰਨੀ ਕੁ ਕੀਮਤ ਰਹਿ ਗਈ ਹੈ ਕਿਸੇ ਦੇ ਜੀਵਨ ਦੀ। ਪਹਿਲੀ ਲਾਈਨ ਦਾ ਵਿਸਥਾਰ ਜੋ ਹੈ ਨਾ ਉਹ ਅਗਲੀਆਂ ਲਾਈਨਾਂ 'ਚ ਪ੍ਰਾਪਤ ਹੁੰਦਾ ਹੈ, ਜਿਵੇਂ ਹਰਦਮ ਸਾਹ ਊਣੇ ਹੁੰਦੇ ਨੇ, ਇੱਕ ਦਿਨ ਅੱਧ ਵਿਹੂਣੇ ਹੋ ਕੇ ਤੁਰ ਜਾਂਦੇ ਨੇ। ਐਸੇ ਹੀ ਲਾਈਨ ਦਾ, ਇਹਨਾਂ ਲਾਈਨਾਂ ਦਾ ਹੀ ਵਿਸਥਾਰ ਜੋ ਹੈ ਅਗਲੀਆਂ ਲਾਈਨਾਂ 'ਚ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਜੀਵਨ ਦਾ ਕੋਈ ਪਤਾ ਨਹੀਂ, ਜੋ ਜੀਵਨ ਅਸਥਿਰ ਹੈ, ਇੱਥੋਂ ਗੱਲ ਸ਼ੁਰੂ ਹੋ ਕੇ ਲੇਖਕ ਸਮਾਜਿਕ ਵਿਹਾਰ ਦੀ ਅਸਥਿਰਤਾ ਨੂੰ ਪੇਸ਼ ਕਰਦਾ ਹੈ। ਠੀਕ ਹੈ ਨਾ, ਜੀਵਨ ਜੋ ਹੈ ਅਸਥਿਰ ਹੈ ਸਾਡਾ ਜੀਵਨ, ਅਤੇ ਇੱਥੋਂ ਦੀ ਗੱਲ ਸ਼ੁਰੂ ਕਰਕੇ ਲੇਖਕ ਸਮਾਜਿਕ ਵਿਹਾਰ ਦੀ ਗੱਲ ਕਰਦਾ ਹੈ ਕਿ ਪਤਨੀ ਦਾ ਜੋ ਹੈ ਕੀ ਰਿਐਕਸ਼ਨ ਹੁੰਦਾ ਹੈ, ਕਿਵੇਂ ਰਿਐਕਟ ਕਰਦੀ ਹੈ, ਅਤੇ ਅਪਤਨੀ ਜਿਹਦੇ ਨਾਲ ਭਾਵਾਤਮਕ ਸੰਬੰਧ ਹੈ, ਕੋਈ ਮਹਿਲਾ ਮਿੱਤਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਕਿਵੇਂ ਦਾ ਰਿਐਕਟ ਕਰਦੀ ਹੈ, ਅਤੇ ਦੋਸਤ ਮਿੱਤਰ ਜਿੱਥੇ ਉਹ ਬੰਦਾ ਕੰਮ ਕਰਦਾ ਸੀ ਉਹ ਕਿਵੇਂ ਰਿਐਕਟ ਕਰਦੇ ਨੇ। ਸਾਰੇ ਇਹ ਸਾਰਾ ਕੁਝ ਜੋ ਹੈ ਉਹਦੇ ਤੋਂ ਬਾਅਦ ਬਦਲ ਜਾਂਦਾ ਹੈ। ਲੇਖਕ ਸਮਾਜਿਕ ਵਿਹਾਰ ਦੀ ਅਸਥਿਰਤਾ ਨੂੰ ਪੇਸ਼ ਕਰਦਾ ਹੈ ਅਤੇ ਕਿਵੇਂ ਸਾਰਾ ਕੁਝ ਜੋ ਹੈ ਥੋੜ੍ਹੇ ਬੰਦੇ ਦੇ ਮਰਨ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਬਦਲ ਜਾਂਦਾ ਹੈ। ਪਹਿਲੀ ਲਾਈਨ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਜੀਵਨ ਘਟ ਰਿਹਾ ਹੈ। ਠੀਕ ਹੈ ਨਾ, ਇੱਕ ਵਾਰੀ ਦੁਬਾਰੇ, ਹਰਦਮ ਸਾਹ ਊਣੇ ਹੁੰਦੇ ਨੇ, ਕਿ ਜੀਵਨ ਹਰ ਵੇਲੇ ਘਟ ਰਿਹਾ ਹੈ, ਜੀਵਨ ਮੌਤ ਵਿੱਚ ਬਦਲ ਰਿਹਾ ਹੈ। ਜਿਵੇਂ ਬਾਬਾ ਫਰੀਦ ਗੱਲ ਕਰਦੇ ਨੇ, ਮਤਲਬ ਕਿ ਜਦੋਂ ਤੁਸੀਂ ਵਿਹਾਰਕ ਆਲੋਚਨਾ ਕਰੋਗੇ ਉਸ ਵੇਲੇ ਜੇਕਰ ਤੁਸੀਂ ਉਸ ਪੋਇਮ ਵਰਗੀ ਕੋਈ ਹੋਰ ਪੋਇਮ ਪੜ੍ਹੀ ਹੈ ਨਾ, ਅਤੇ ਤੁਸੀਂ ਉੱਥੇ ਗੱਲ ਕਰ ਸਕਦੇ ਹੋ ਬੇਟਾ ਕਿ ਇਸੇ ਤਰ੍ਹਾਂ ਦੀ ਵਿਚਾਰਧਾਰਾ ਵਾਲੀ ਜੋ ਹੈ ਇੱਕ ਫਲਾਣਾ ਪੋਇਟ ਐਵੇਂ ਗੱਲ ਕਰਦਾ ਹੈ, ਕਿ ਚਾਹੇ ਉਹ ਕਿਸੇ ਵੀ ਯੁੱਗ ਦੀ ਹੋਏ, ਚਾਹੇ ਉਹ ਆਧੁਨਿਕ ਹੋਏ, ਚਾਹੇ ਉਹ ਮੱਧਕਾਲ ਦੀ ਹੋਏ, ਕਿੱਸਾ ਕਾਵਧਾਰਾ ਦੀ ਗੱਲ ਹੋਏ, ਚਾਹੇ ਵਾਰ ਵਿੱਚ ਹੋਏ, ਕਿਸੇ ਵੀ ਤਰ੍ਹਾਂ ਦੀ ਗੱਲ ਹੋਏ। ਜਿਵੇਂ ਬਾਬਾ ਫਰੀਦ ਕੀ ਗੱਲ ਕਰਦਾ ਹੈ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਇਆ, ਅਤੇ ਲਾਹੇ ਲਿਖਿਆ ਕਿਉਂਕਿ ਬੇਟਾ ਇਹ ਜੋ ਹੈ ਇਹ ਨੋਟਸ ਮੇਰੇ ਉਸ ਵੇਲੇ ਦੇ ਨੇ ਜਦੋਂ ਮੈਂ ਵੀ ਆਪਣਾ ਪੜ੍ਹਦੀ ਹੁੰਦੀ ਸੀ ਯੂਨੀਵਰਸਿਟੀ 'ਚ, 15-20 ਸਾਲ ਪਹਿਲਾਂ ਦੀ ਗੱਲ ਹੈ। ਅਤੇ ਉਸ ਵੇਲੇ ਬਹੁਤ ਗਲਤੀਆਂ ਕਰਦੇ ਸੀ ਅਸੀਂ ਵੀ ਲਿਖਣ 'ਚ, ਅਤੇ ਉਸ ਵੇਲੇ ਦੇ ਨੇ ਸਾਡੇ ਸਰ ਨੇ ਕਰਾਏ ਸੀ, ਤਾਂ ਕਰਕੇ ਮਿਸਟੇਕਸ ਨੇ ਇਹਦੇ 'ਚ। ਅਤੇ ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲਈ ਲਿਖਾਏ, ਇੱਥੇ ਸਾਹੇ ਹੈ ਇੱਥੇ ਵਰਡ, ਪਰੰਤੂ ਬਾਬਾ ਫਰੀਦ ਇੱਥੇ ਗੱਲ ਸਮਾਪਤ ਕਰਦਾ ਹੈ, ਮਤਲਬ ਕਿ ਬਾਬਾ ਫਰੀਦ ਤੇ ਇੱਥੇ ਗੱਲ ਖ਼ਤਮ ਕਰ ਦਿੰਦਾ ਕਿ ਜਿਸ ਵੇਲੇ ਸਾਡੀ ਮੌਤ ਲਿਖੀ ਗਈ ਅਸੀਂ ਜਾਣਾ ਹੀ ਜਾਣਾ ਹੈ। ਉਹਦੇ ਤੋਂ ਅੱਗੇ ਦੀ ਗੱਲ ਨਹੀਂ ਕਰਦਾ ਬਾਬਾ ਫਰੀਦ, ਅੱਗੇ ਦੀ ਗੱਲ ਜੋ ਹੈ ਸਮਾਜਿਕ ਗੱਲ ਨਹੀਂ ਕਰਦਾ। ਪਰ ਇਸ ਕਵਿਤਾ ਵਿੱਚ ਲੇਖਕ ਨੇ ਜੋ ਹੈ ਨਾ ਉਹ ਅਗਲੀ ਗੱਲ ਕੀਤੀ ਹੈ, ਉਹਦੇ ਤੋਂ ਅਗਲੀ ਗੱਲ ਕੀਤੀ ਹੈ, ਜਦੋਂ ਉਹ ਕਹਿੰਦਾ ਕਿ ਸਾਥੀ ਫਰਜ਼ ਨਿਭਾ ਦਿੰਦੇ ਨੇ, ਪਤਨੀ ਹਾਹਾਕਾਰ, ਅਪਤਨੀ ਸਿਸਕੀ, ਹੈ ਨਾ, ਯਾਰ ਕੱਚ ਖਣਕਾਉਂਦੇ ਨੇ। ਅਤੇ ਜੀਵਨ ਕਿਵੇਂ ਸਮਾਪਤ ਹੋ ਜਾਂਦਾ ਹੈ ਉਸ ਦਾ ਤੀਜੀ ਲਾਈਨ ਵਿੱਚ ਉਹਨੇ ਦ੍ਰਿਸ਼ਟਾਂਤ ਦਿੱਤਾ ਹੈ। ਕਿਵੇਂ ਦਿੱਤਾ ਉਹਨੇ ਦ੍ਰਿਸ਼ਟਾਂਤ, ਜਦੋਂ ਰਾਈਟਰ ਬੋਲਦਾ ਹੈ ਕਿ ਕੱਚੀ ਮੂਰਤ ਵਾਂਗ ਜੀਵਨ ਭੁਰ ਜਾਂਦਾ ਹੈ। ਜੀਵਨ ਦੇ ਖਤਮ ਹੋ ਜਾਣ ਤੋਂ ਬਾਅਦ ਕੀ ਹੁੰਦਾ ਹੈ, ਰਾਈਟਰ ਦੱਸਦਾ ਕਿ ਸਾਥੀਆਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਨਾ। ਅਤੇ ਐਵੇਂ ਕਰਕੇ ਤੁਸੀਂ ਦੱਸੋਗੇ 6ਵੀਂ 7ਵੀਂ ਲਾਈਨ ਵਿੱਚ ਜਾਂ ਦੂਜੀ ਤੀਜੀ ਲਾਈਨ ਵਿੱਚ ਕੀ ਪੇਸ਼ ਕਰ ਰਿਹਾ। ਹੁਣ 6ਵੀਂ 7ਵੀਂ ਲਾਈਨ ਵਿੱਚ ਰਾਈਟਰ ਨੇ ਕੀ ਪੇਸ਼ ਕੀਤਾ ਹੈ ਕਿ ਸ਼ਬਦਾਂ ਨੂੰ ਨਾ ਕੰਪੈਰੀਜ਼ਨ ਵਿੱਚ ਰੱਖਦਾ ਹੈ। ਜਿਵੇਂ ਹਾਹਾਕਾਰ ਜੋ ਹੈ ਉਹ ਤਾਂ ਦਿਖਾਵੇ ਦਾ ਪ੍ਰਤੀਕ ਹੈ, ਪਤਨੀ ਹਾਹਾਕਾਰ, ਅਪਤਨੀ ਸਿਸਕੀ ਜਦੋਂ ਕਹਿੰਦਾ, ਅਤੇ ਦੋਵੇਂ ਜਿਹੜੇ ਨੇ ਕੰਪੈਰੀਜ਼ਨ ਵਿੱਚ ਵਿਰੋਧੀ ਸ਼ਬਦ ਉਹਨੇ ਯੂਜ਼ ਕੀਤੇ ਨੇ। ਦੁੱਖ ਹੋਇਆ ਜਾਂ ਨਹੀਂ ਹੋਇਆ ਇਹਦਾ ਤਾਂ ਨਹੀਂ ਪਤਾ, ਪਰ ਜੋ ਹੈ ਹਾਹਾਕਾਰ, ਪਤਨੀ ਜੋ ਹੈ ਉਹ ਹਾਹਾਕਾਰ ਪਾ ਰਹੀ ਹੈ। ਅਤੇ ਅਪਤਨੀ ਜਿਸ ਨਾਲ ਭਾਵਾਤਮਕ ਸੰਬੰਧ ਹੈ, ਸਮਾਜਿਕ ਪ੍ਰਸੰਗ ਵਿੱਚ ਉੱਭਰ ਕੇ ਉਹਦੀ ਗੱਲ ਕਰਦਾ ਹੈ, ਕਿਉਂਕਿ ਉਹ ਸਿਰਫ ਉਹ ਸਿਸਕੀ ਕਿਉਂ ਲੈ ਰਹੀ ਹੈ, ਕਿਉਂਕਿ ਉਹ ਜ਼ੋਰ ਕੇ ਨਹੀਂ ਰੋ ਸਕਦੀ, ਕਿਉਂਕਿ ਉਹਦਾ ਕੋਈ ਉਹਦੇ ਨਾਲ ਪੱਕਾ ਕੋਈ ਰਿਲੇਸ਼ਨ ਨਹੀਂ ਹੈ, ਸਮਾਜਿਕ ਕੋਈ ਰਿਲੇਸ਼ਨ ਨਹੀਂ ਹੈ। ਅਸੀਂ ਇਹ ਗੱਲ ਕਰਾਂਗੇ ਇੱਥੇ ਸਾਡੀ ਸਮਾਜਿਕ, ਅਤੇ ਇੱਥੇ ਲੇਖਕ ਜੋ ਹੈ ਸਾਡੀ ਸਮਾਜਿਕ ਸੱਚਾਈ ਦੀ ਗੱਲ ਕਰਦਾ ਹੈ ਕਿ ਪਤਨੀ ਦਾ ਚਿਲਾਣਾ ਦਿਖਾਵਾ ਹੈ ਅਤੇ ਆਪਤਨੀ ਲਈ ਦੁੱਖ ਦਾ ਲੁਕਾਵਾ ਹੈ, ਉਹਨੂੰ ਦੁੱਖ ਜੋ ਹੈ ਉਹਨੂੰ ਲੁਕਾਉਣਾ ਹੀ ਪਏਗਾ।
ਰੀਤੀ ਰਿਵਾਜ਼ਾਂ ਦੀ ਗੱਲ ਕਰਦਾ ਹੈ ਕਿ ਸੋਗ ਕਰਨ ਜਾਣਾ ਪੈਂਦਾ ਹੈ, ਠੀਕ ਹੈ ਨਾ। ਜਦੋਂ ਲਾਸਟ 'ਚ ਗੱਲ ਕਰਦਾ ਹੈ ਕਿ ਸੋਗ ਕਰਨ ਜੋ ਹੈ, ਜੇਕਰ ਕਿਸੇ ਦੀ ਡੈਥ ਹੋ ਗਈ, ਉਹ ਜਾਣਾ ਪੈਂਦਾ ਹੈ। ਪਤਨੀ ਅਪਤਨੀ ਅਤੇ ਯਾਰ ਦਾ ਵਰਣਨ ਕੀਤਾ ਉਹਨੇ, ਰਿਸ਼ਤੇ ਨੇ ਜਿਹੜੇ ਨੇੜੇ ਦੇ। ਚੌਥੇ ਪ੍ਰਸੰਗ ਵਿੱਚ ਰੋਜੀ ਰੋਟੀ ਦਾ ਵੀ ਉਹਨੇ ਵਰਣਨ ਕੀਤਾ ਕਿ ਜਿੱਥੇ ਜਾ ਕੇ ਕੰਮ ਕਰਦਾ ਉਹਦੇ ਯਾਰ ਫੋਰਮੈਲਿਟੀਜ਼ ਕਰਦੇ ਨੇ, ਕਿਵੇਂ ਕਿਵੇਂ। ਹੁਣ ਇਕੱਠੀ ਦੇਖ ਲਈਏ ਆਪਾਂ ਕਿਹੜੀ ਕਿਹੜੀ ਗੱਲਾਂ ਕੀਤੀਆਂ ਲੇਖਕ ਨੇ। ਦੁੱਖ ਦਾ ਦਿਖਾਵਾ, ਦੁੱਖ ਦਾ ਲੁਕਾਵਾ, ਰਸਮ ਪੂਰੀ ਕਰਨਾ, ਨੇਮ ਪਾਲਣਾ, ਮਾਨਵ ਜੀਵਨ ਦੀ ਅਸਥਿਰਤਾ ਦੀ ਗੱਲ, ਸਮਾਜਿਕ ਸੰਬੰਧਾਂ ਦੀ ਅਸਥਿਰਤਾ ਦੀ ਗੱਲ ਅਤੇ ਰਿਸ਼ਤਿਆਂ ਦੀ ਅਸਥਿਰਤਾ ਦੀ ਗੱਲ। ਮਤਲਬ ਕਿ ਮੇਨ ਜੋ ਨੇ ਨਾ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਲੇਖਕ ਦੇ ਜਦੋਂ ਮਾਈਂਡ ਵਿੱਚ ਇਹ ਗੱਲਾਂ ਸਾਰੀਆਂ ਸੀਗੀਆਂ, ਉਹਨੇ ਇਕੱਠੀ ਕਰਕੇ ਜੋ ਹੈ ਪੋਇਮ ਨੂੰ ਨਵਾਂ, ਮਤਲਬ ਕਿ ਬਹੁਤ ਸੁੰਦਰ ਸ਼ਬਦਾਂ ਵਿੱਚ ਆਪਾਂ ਕਹਾਂਗੇ ਕਿ ਵਿਅੰਜਨਾ ਸ਼ਕਤੀ ਭਰ ਕੇ ਬਹੁਤ ਸੁੰਦਰ ਕਵਿਤਾ ਉਹਨੇ ਲਿਖੀ। ਅਤੇ ਉਹਦੇ ਤੋਂ ਬਾਅਦ ਇਹ ਲਿਖ ਕੇ, ਇਹਦੇ ਤੋਂ ਬਾਅਦ ਅਸੀਂ ਜੋ ਹੈ ਉਸ ਪੋਇਮ ਦੇ ਕਲਾ ਪੱਖ ਬਾਰੇ ਵੀ ਗੱਲ ਕਰਨੀ ਹੁੰਦੀ ਹੈ, ਜਿਸ ਦੀ ਅਸੀਂ ਵਿਹਾਰਕ ਆਲੋਚਨਾ ਕਰਨੀ ਹੁੰਦੀ ਹੈ। ਕਲਾ ਪੱਖ ਵਿੱਚ ਜੋ ਹੈ ਤੁਸੀਂ ਉਹਦੇ ਪ੍ਰਤੀਕ ਉਹਨੇ ਕਿਹੋ ਜਿਹੇ ਵਰਤੇ ਨੇ, ਬਿੰਬ ਉਹਨੇ ਕਿਹੋ ਜਿਹੇ ਵਰਤੇ ਨੇ, ਠੀਕ ਹੈ ਨਾ। ਜਿਵੇਂ ਬਾਬਾ ਫਰੀਦ ਜੋ ਹੈ ਪ੍ਰਤੀਕ ਵਰਤਦਾ ਬੁਗਲੇ ਦਾ ਮੌਤ ਲਈ, ਹੈ ਨਾ। ਅਤੇ ਬਾਬਾ ਫਰੀਦ ਹੋਰ ਕੀ ਬਾਬਾ ਫਰੀਦ ਦੀ ਬਾਣੀ ਸਭ ਤੋਂ ਜ਼ਿਆਦਾ ਤੁਹਾਨੂੰ ਪ੍ਰਤੀਕ ਵੇਖਣ ਨੂੰ ਮਿਲਦੇ ਨੇ। ਜੇਕਰ ਤੁਸੀਂ ਬਾਬਾ ਫਰੀਦ ਪੜ੍ਹ ਰਹੇ ਹੋ ਨਾਲੇ ਤੁਸੀਂ ਪਹਿਲੇ ਪੇਪਰ ਵਿੱਚ ਬਾਬਾ ਫਰੀਦ ਨੂੰ ਪੜ੍ਹਿਆ ਹੈ, ਤੁਹਾਨੂੰ ਬਿੰਬ, ਪ੍ਰਤੀਕ ਅਤੇ ਬਿੰਬ ਉਹ ਚੰਗੀ ਤਰ੍ਹਾਂ ਸਮਝ ਆ ਜਾਣਗੇ। ਉਹਦੇ ਤੋਂ ਬਾਅਦ ਉਹਦੀ ਰਿਦਮ ਕਿਹੋ ਜਿਹੀ ਹੈ ਪੋਇਮ ਦੀ, ਜਿਵੇਂ ਇਹਦੇ 'ਚ ਕਿਵੇਂ ਦੀ ਰਿਦਮ ਹੈ, ਠੀਕ ਹੈ ਨਾ। ਤੁਰ ਜਾਂਦੇ ਨੇ, ਭੁਰ ਜਾਂਦੇ ਨੇ, ਖਣਕਾਉਂਦੇ ਨੇ, ਦਿੰਦੇ ਨੇ, ਇਹ ਜੋ ਹੈ ਰਿਦਮ ਕਿਹੋ ਜਿਹੀ ਹੈ, ਫਲੋ ਕਿਹੋ ਜਿਹਾ ਹੈ ਉਹਦਾ ਪੋਇਮ ਦਾ, ਇਹ ਗੱਲ ਕਰੋਗੇ ਤੁਸੀਂ। ਉਹਨੇ ਛੰਦ ਕਿਹੜੇ ਵਰਤੇ ਨੇ, ਉਹਨੇ ਕਿਹੜੇ ਮੁਹਾਵਰੇ ਵਰਤੇ ਨੇ, ਕਿਹੜੀ ਉਹਨੇ ਕੋਈ ਉਰਦੂ ਭਾਸ਼ਾ ਦੇ ਸ਼ਬਦ ਕਿਹੜੇ ਵਰਤੇ ਨੇ, ਉਰਦੂ ਦੇ, ਅਰਬੀ, ਫਾਰਸੀ ਦੇ ਜਿਹੜੇ ਵੀ ਕੋਈ ਸ਼ਬਦ, ਜਾਂ ਇੰਗਲਿਸ਼ ਦੇ, ਹਿੰਦੀ ਦੇ, ਉਹਨੇ ਕਿਹੜੇ ਸ਼ਬਦ ਵਰਤੇ ਨੇ। ਇਹਨਾਂ ਸਾਰਿਆਂ ਨੂੰ ਜੋ ਹੈ ਤੁਸੀਂ ਸ਼ੈਲੀ 'ਚ ਲਿਖੋਗੇ, ਉਹਦੇ ਲਿਖਣ ਦੇ ਢੰਗ 'ਚ। ਉਹਨੇ ਵਾਕ ਕਿਹੋ ਜਿਹੇ ਬਣਾਏ ਨੇ, ਕੁਛ ਲੰਬੇ ਨੇ, ਕੁਛ ਛੋਟੇ ਨੇ, ਠੀਕ ਹੈ ਨਾ। ਇਹ ਸਾਰੀਆਂ ਗੱਲਾਂ ਕਰਕੇ ਸ਼ਬਦ ਸੁੰਦਰਤਾ, ਜਿਵੇਂ ਰਾਹੀ, ਸਾਹੀ, ਪਤਨੀ, ਅਪਤਨੀ, ਇਹਨਾਂ ਸਾਰੀਆਂ ਗੱਲਾਂ ਨਾਲ ਅਲੰਕਾਰ ਜਿਵੇਂ ਕੱਚੀ ਮਿੱਟੀ ਵਾਂਗੂ ਭੁਰ ਜਾਂਦੇ ਨੇ। ਅਤੇ ਵਿਅੰਗ ਬਿੰਦੂ 'ਤੇ ਬੈਠ ਕੇ ਜੋ ਹੈ ਰਾਈਟਰ ਗੱਲ ਕਰ ਰਿਹਾ ਹੈ। ਰਾਈਟਰ ਦਾ ਜੋ ਕਹਿਣ ਦਾ ਢੰਗ ਹੈ ਉਹ ਵਿਅੰਗਾਤਮਕ ਹੈ। ਉਹਨੇ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਜਿਹੜਾ ਇਹ ਜਦ ਤੱਕ ਅਸੀਂ ਜਿਉਂਦੇ ਹਾਂ ਇਹ ਸੰਬੰਧ ਉਸੇ ਵੇਲੇ ਤੱਕ ਨੇ, ਉਹਦੇ ਤੋਂ ਬਾਅਦ ਜੋ ਹੈ ਸਾਰੇ ਫੋਰਮੈਲਿਟੀਜ਼ ਕਰਦੇ ਨੇ। ਲੇਖਕ ਦਾ ਕਹਿਣ ਦਾ ਪਰਪਸ ਇਹ ਹੈ। ਹੁਣ ਦੇਖੋ ਬੇਟਾ, ਇਹ ਸੀਗਾ ਵਿਹਾਰਕ ਆਲੋਚਨਾ। ਜੇਕਰ ਫਿਰ ਵੀ ਕੋਈ ਕਮੀ ਰਹਿ ਗਈ ਤੁਸੀਂ ਮੇਰੇ ਕੋਲੋਂ ਮੈਸੇਜ ਲਿਖ ਕੇ ਪੁੱਛ ਸਕਦੇ ਹੋ। ਅਤੇ ਇਹ ਉਸੇ ਵੇਲੇ ਦੀ ਹੈ ਜਦੋਂ ਅਸੀਂ ਪੜ੍ਹਦੇ ਸੀ। ਸਾਡੇ ਰੰਧਾਵਾ ਸਰ ਯੂਨੀਵਰਸਿਟੀ 'ਚ ਸੀਗੇ, ਕੁਰੂਕਸ਼ੇਤਰ ਯੂਨੀਵਰਸਿਟੀ 'ਚ, ਉਹਨਾਂ ਨੇ ਸਾਨੂੰ ਕਰਾਈ ਸੀ ਉਸ ਵੇਲੇ, ਅਤੇ ਮੈਨੂੰ ਤਾਂ ਬਹੁਤ ਵਧੀਆ ਸਮਝ ਆਈ ਸੀ ਅਤੇ ਉਮੀਦ ਹੈ ਤੁਹਾਨੂੰ ਵੀ ਸਮਝ ਆਏਗੀ। ਓਕੇ ਬੇਟਾ, ਗਲਤੀਆਂ ਲਈ, ਭੁੱਲਾਂ ਚੁੱਕਾਂ ਲਈ ਮਾफ़ੀ। ਓਕੇ, ਥੈਂਕ ਯੂ।